हेलो दोस्तों, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਵੇਂ ਟੌਪਿਕ ਤਿਕੋਣਾਂ ਦੀ ਸਰਵੰਗ ਸਮਤਾ ਕੌਂਗਰੂਐਂਸੀ ਆਫ ਟ੍ਰਾਇੰਗਲਸ। 7ਵੀਂ ਕਲਾਸ ਤੋਂ ਆਲਰੇਡੀ ਆਪਾਂ ਇਸ ਦੇ ਬਾਰੇ ਪੜ੍ਹਦੇ ਆ ਰਹੇ ਹਾਂ। ਇੱਥੇ ਆਪਾਂ ਇਸ ਦੀ ਬੜੀ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਤਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਸਭ ਤੋਂ ਪਹਿਲਾ ਟਾਰਗੇਟ ਸਰਵੰਗ ਸਮ ਦਾ ਹੈ ਕਿ ਸਰਵੰਗ ਸਮ ਹੁੰਦਾ ਕੀ ਹੈ। ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਦੇਖੋ, ਤੋੜ ਕੇ ਅਗਰ ਮੈਂ ਸ਼ਬਦ ਬਣਾਵਾਂ ਸਰਬ ਅੰਗ ਸਮ, ਤਾਂ ਇਹ ਤਿੰਨ ਸ਼ਬਦਾਂ ਤੋਂ ਮਿਲ ਕੇ ਬਣਿਆ ਸਰਬ ਅੰਗ ਸਮ। ਸਰਬ ਦਾ ਮਤਲਬ ਸਾਰੇ, ਅੰਗ ਦਾ ਮਤਲਬ ਹਿੱਸੇ, ਸਮ ਦਾ ਮਤਲਬ ਬਰਾਬਰ। ਜਦੋਂ ਸਾਰੇ ਹਿੱਸੇ ਬਰਾਬਰ ਹੁੰਦੇ ਨੇ, ਆਪਾਂ ਕਹਿੰਦੇ ਬਿਲਕੁਲ ਇੱਕੋ ਨਾਲ ਦੇ ਹੁੰਦੇ ਨੇ, ਉਹਨਾਂ ਨੂੰ ਕੀ ਬੋਲਦੇ ਆ ਆਪਾਂ ਮੈਥ ਦੀ ਭਾਸ਼ਾ 'ਚ ਸਰਵੰਗ ਸਮ ਜਾਂ ਕੌਂਗਰੂਐਂਟ, ਇਹ ਬੋਲਦੇ ਆ ਆਪਾਂ। ਹੁਣ ਆਪਾਂ ਜੋ ਗੱਲ ਕਰਨੀ ਹੈ ਤਾਂ ਸਰਵੰਗ ਸਮਤਾ ਦਾ ਸਿਸਟਮ ਕੀ ਹੋਇਆ। ਮੈਂ ਛੋਟੀ ਜਿਹੀ ਉਦਾਹਰਨ ਲੈ ਕੇ ਚੱਲਦਾ ਤੁਹਾਡੇ ਕੋਲੇ। ਆਪਣੇ ਕੋਲੇ ਦੋ ਹੱਥ ਨੇ, ਦੇਖੋ ਆਪਣੇ ਦੋਹਾਂ ਦੇ ਦੋ ਹੱਥ ਨੇ ਜੋ ਆਪਣੇ, ਇਹ ਦੋਨੋਂ ਹੱਥ ਆਪਣੇ ਸਰਵੰਗ ਸਮ ਨੇ। ਕਿਉਂ? ਕਾਰਨ 5 ਉਂਗਲਾਂ ਇੱਧਰ ਹੈ, 5 ਉਂਗਲਾਂ, ਮੈਂ 5 ਉਂਗਲਾਂ ਦੀ ਗੱਲ ਕਰਦੇ ਹਾਂ। ਕਈ ਵਾਰ ਕਿਸੇ ਦੇ 6ਵੀਂ ਉਂਗਲ ਹੁੰਦੀ ਹੈ, ਨਹੀਂ, ਆਪਾਂ ਜਦੋਂ ਦੋਨਾਂ 'ਚ 5 ਉਂਗਲਾਂ ਨੇ ਤਾਂ ਇਹ ਸਰਵੰਗ ਸਮ ਹੈ। ਕਾਰਨ ਕੀ ਹੈ? ਜਦੋਂ ਮੈਂ ਇਹਦੇ ਉੱਪਰ ਇੱਕ ਹੱਥ ਦੇ ਉੱਪਰ ਦੂਜਾ ਹੱਥ ਰੱਖੂੰਗਾ, ਦਿਖ ਰਿਹਾ ਨਾ, ਤਾਂ ਸਿਰਫ ਆਪਾਂ ਨੂੰ ਸਾਹਮਣੇ ਵਾਲਾ ਹੱਥ ਦਿਖਣਾ ਹੈ, ਪਿਛਲਾ ਹੱਥ ਨਹੀਂ ਦਿਖਣਾ ਨਹੀਂ, ਤਾਂ ਇਹ ਸਰਵੰਗ ਸਮ ਹੈ। अंगूठा साइज बराबर, आह उंगल साइज बराबर, मिडल फिंगर साइज बराबर, हरेक का साइज बराबर है, हरेक हिस्सा ਇਹਦਾ आपस ਚ बराबर है, ਤਾਂ ਇਹਦਾ मतलब ਇਹ ਕੀ ਨੇ? ਸਰਵੰਗ ਸਮ ਨੇ। ਤਾਂ ਜਿਹੜੇ ਦੋਨੋਂ ਹੱਥ ਨੇ ਆਪਣੇ, ਦੋਨੇ ਅੱਖਾਂ ਨੇ, ਦੋ ਲੱਤਾਂ ਨੇ, ਕਿਉਂਕਿ ਇਹ ਦੋਨੇ ਇਕੱਠੀਆਂ ਚੱਲ ਰਹੀਆਂ ਨੇ ਚੀਜ਼ਾਂ ਆਪਣੀਆਂ, ਇਹ ਆਪਸ ਦੇ ਵਿੱਚ ਕੀ ਨੇ? ਸਰਵੰਗ ਸਮ ਨੇ। ਤੇ ਅੱਜ ਆਪਾਂ ਜੋ ਗੱਲ ਕਰਨੀ ਹੈ, ਆਪਾਂ ਗੱਲ ਕਰਨੀ ਹੈ ਤਿਕੋਣਾਂ ਦੀ ਸਰਵੰਗ ਸਮਤਾ। ਤਾਂ ਕਲੀਅਰ ਹੈ, ਜਦੋਂ ਆਪਾਂ ਤਿਕੋਣਾਂ ਦੀ ਸਰਵੰਗ ਸਮਤਾ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੋ ਤਿਕੋਣਾਂ ਤੇ ਗੱਲ ਕਰਾਂਗੇ। ਦੋ ਤਿਕੋਣਾਂ ਤੇ ਗੱਲ ਕਰਾਂਗੇ। ਦੋ ਤਿਕੋਣਾਂ ਆਪਸ ਦੇ ਵਿੱਚ ਸਰਵੰਗ ਸਮ ਕਿਸ ਟਾਈਮ ਹੁੰਦੀਆਂ ਨੇ? ਬਰਾਬਰ ਕਿਸ ਟਾਈਮ ਹੁੰਦੀਆਂ ਨੇ? ਜਦੋਂ। ਹੁਣ ਉਸ ਤੋਂ ਪਹਿਲਾਂ ਤਿਕੋਣ ਦੇ ਮੈਂ ਹਿੱਸਿਆਂ ਦੀ ਗੱਲ ਕਰਦਾ। ਇੱਕ ਤਿਕੋਣ ਦੇ ਵਿੱਚ ਕਿੰਨੇ ਭਾਗ ਜਾਂ ਹਿੱਸੇ ਹੁੰਦੇ ਨੇ? 6 ਭਾਗ ਹੁੰਦੇ ਹਨ। ਉਹ 6 ਦੇ ਵਿੱਚ 3 ਕੋਣ ਅਤੇ 3 ਭੁਜਾਵਾਂ। ਤਾਂ ਤਿਕੋਣ ਦੇ ਵਿੱਚ ਆਪਣੇ ਕੋਲੇ ਦੋ ਤਰ੍ਹਾਂ ਦੇ ਹਿੱਸੇ ਚੱਲਦੇ ਨੇ, ਕੋਣ ਅਤੇ ਭੁਜਾਵਾਂ। ਤਾਂ ਜਦੋਂ ਆਪਾਂ ਦੋ ਤਿਕੋਣਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਤਿਕੋਣ ਦੇ ਸਾਰੇ ਕੋਣ ਅਤੇ ਭੁਜਾਵਾਂ ਦੂਸਰੀ ਤਿਕੋਣ ਦੇ ਸੰਗਤ ਕੋਣਾਂ ਅਤੇ ਭੁਜਾਵਾਂ ਦੇ ਬਰਾਬਰ ਹੋਵੇ ਤਾਂ ਤਿਕੋਣਾਂ ਕੀ ਹੁੰਦੀਆਂ ਨੇ? ਸਰਵੰਗ ਸਮ ਹੁੰਦੀਆਂ ਨੇ। ਇੱਕ ਤਿਕੋਣ ਦੇ ਸਾਰੇ ਕੋਣ ਅਤੇ ਭੁਜਾਵਾਂ ਦੂਜੇ ਤਿਕੋਣ ਦੇ ਸੰਗਤ ਕੋਣਾਂ ਅਤੇ ਭੁਜਾਵਾਂ ਦੇ ਬਰਾਬਰ ਹੋਵੇ ਤਾਂ ਜੋ ਤਿਕੋਣਾਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ? ਸਰਵੰਗ ਸਮ। ਇੱਥੇ ਵੀ ਇੱਕ ਸ਼ਬਦ ਪਾਇਆ ਮੈਨੇ, ਸੰਗਤ। ਇਹ ਬੜਾ ਇੰਪੋਰਟੈਂਟ ਸ਼ਬਦ ਹੈ। ਸੰਗਤ ਦਾ ਮਤਲਬ ਕੀ ਹੈ? ਇੱਥੇ ਜਿਹੜੀ ਸਭ ਤੋਂ ਇੰਪੋਰਟੈਂਸ ਇਹਦੀ ਹੈਗੀ ਹੈ, ਕਿਉਂਕਿ ਸਰਵੰਗ ਸਮਤਾ ਨੂੰ ਸਮਝਣ ਦੇ ਲਈ ਤੁਹਾਨੂੰ ਸੰਗਤ ਸ਼ਬਦ ਸਮਝਣਾ ਬਹੁਤ ਜ਼ਰੂਰੀ ਹੈ, ਜਿਹਨੂੰ ਆਪਾਂ ਬੋਲਦੇ ਹਾਂ ਕੋਰਸਪੋਂਡਿੰਗ। ਕਿਉਂਕਿ ਇੰਗਲਿਸ਼ ਦੇ ਵਿੱਚ ਕੀ ਹੋ ਗਿਆ? all angles and sides of a triangle is corresponding equal to the
angles and sides of another triangle, then triangles are called congruent। ਤਾਂ ਇਹ ਵਰਡ ਹੈ ਜੋ ਸੰਗਤ ਵਾਲਾ, ਇਹਦਾ ਮਤਲਬ ਕੀ ਹੈ? ਮੈਂ ਹੁਣੇ ਉਦਾਹਰਨ ਲਈ ਸੀ ਹੱਥਾਂ ਦੀ। ਇਹਦਾ ਮਤਲਬ ਕੀ ਹੈ? ਦੇਖੋ ਹੁਣ ਮੈਂ ਸਮਝਾਣਾ, ਬੜੀ ਇੰਪੋਰਟੈਂਟ। ਮੈਂ ਦੋ ਤਿਕੋਣਾ ਬਣਾ ਰਿਹਾ ਇੱਥੇ, ਫਿਰ ਮੈਂ ਹੱਥਾਂ ਦੀ ਐਗਜ਼ਾਮਪਲ ਤੋਂ ਲੈ ਕੇ ਚੱਲਦਾ। ਆਪ ਪੂਜਾ ਮੰਨ ਲਓ ਇਹਦੇ ਬਰਾਬਰ ਆ ਗਈ, ਆਪ ਪੂਜਾ ਇਹਦੇ ਬਰਾਬਰ ਆ ਗਈ, ਆਪ ਪੂਜਾ ਇਹਦੇ ਬਰਾਬਰ ਆ ਗਈ, ਠੀਕ। ਔਰ ਆਪ ਪੂਜਾ ਇਹਦੇ ਬਰਾਬਰ ਆ ਗਈ, ਆਹ ਮੰਨ ਲਓ ਇਹਦੇ ਬਰਾਬਰ ਆ ਗਈ, ਆਹ ਮੰਨ ਲਓ ਇਹਦੇ ਬਰਾਬਰ ਆ ਗਈ। ਤਾਂ ਉਰੇ ਮੈਂ ਦੋ ਕੇਸ ਲੈ ਕੇ ਚੱਲਿਆ, ਪਹਿਲਾ ਕੇਸ ਇਹ, ਦੂਸਰਾ ਕੇਸ ਇਹ। ਤਾਂ ਸਭ ਤੋਂ ਪਹਿਲਾ ਕੁਐਸਚਨ, ਪਹਿਲਾ ਜੋੜਾ, ਕੀ ਇਹ ਸਰਵੰਗਸਮ ਹੈ? ਹਾਂ ਜਾਂ ਨਾ? ਹਾਂ। ਦੂਜਾ ਜੋੜਾ, ਕੀ ਇਹ ਸਰਵੰਗਸਮ ਹੈ? ਹਾਂ ਜਾਂ ਨਾ? ਤਾਂ ਤੁਹਾਡੇ ਕਿਸੇ ਕਈਆਂ ਦੇ ਮਨ ਚ ਆ ਸਕਦਾ ਵੀ ਇਹ ਸਰਵੰਗਸਮ ਨਹੀਂ, ਨਹੀਂ ਇਹ ਸਰਵੰਗਸਮ ਹੈਗਾ। ਕਾਰਨ ਤੁਸੀਂ ਆਪਣੇ ਦਿਮਾਗ 'ਚ ਕਈ ਵਾਰ ਪਤਾ ਕੀ ਚੱਲਦਾ, ਖੱਬਾ ਖੱਬੇ ਨਾਲ, ਸੱਜਾ ਸੱਜੇ ਨਾਲ, ਨਿਚਲਾ ਨਿਚਲੇ ਨਾਲ। ਨਹੀਂ, ਸੰਗਤ ਦਾ ਮਤਲਬ ਕੀ ਹੈ? ਇੱਕ ਦਾ ਇੱਕ ਨਾਲ। ਸੰਗਤ ਦਾ ਮਤਲਬ ਇਹ ਹੈ, ਮਤਲਬ ਇੱਕ ਭੁਜਾ ਇਹਦੀ, ਇੱਕ ਭੁਜਾ ਇਹਦੀ, ਉਹ ਕੋਈ ਵੀ ਹੋਵੇ, ਖੱਬੇ ਖੱਬੇ ਤੋਂ ਕੋਈ ਮਤਲਬ ਨਹੀਂ। ਇੱਕ ਭੁਜਾ ਇਹਦੀ ਤੇ ਇੱਕ ਭੁਜਾ ਇਹਦੀ, ਉਹ ਕਿਤੇ ਵੀ ਹੋ ਸਕਦੀ ਹੈ। ਦੂਜੀ ਭੁਜਾ ਇਹਦੀ, ਦੂਸਰੀ ਭੁਜਾ ਇਸ ਦੀ, ਸੇਮ ਤੀਸਰੀ ਭੁਜਾ। ਕਿਉਂ? ਆਪਾਂ ਦੋ ਹੱਥਾਂ ਦੀ ਗੱਲ ਕੀਤੀ ਸੀ, ਇਹ ਸਰਵੰਗਸਮ ਹੈ, ਠੀਕ। ਪਰ ਜੇ ਮੈਂ ਇੱਕ ਹੱਥ ਦੀ ਦਿਸ਼ਾ ਬਦਲਦਾ, ਕੀ ਇਸ ਤੇ ਕੋਈ ਫਰਕ ਪੈ ਜਾਊਗਾ? ਨਹੀਂ ਫਰਕ ਪੈਣਾ। ਸਰਵੰਗਸਮ ਤਾਂ ਫਿਰ ਵੀ ਰਹਿਣਗੇ। ਹੁਣ ਮੈਂ ਇੱਧਰੋਂ ਇਹਦੀ ਬਦਲਤੀ, ਨਹੀਂ ਫਰਕ ਪੈਣਾ। ਆਪਾਂ ਇਹਨੂੰ ਉਲਟਾ ਕਰਤਾ, ਨਹੀਂ ਫਰਕ ਪੈਣਾ। ਤਾਂ ਉਹ ਤਾਂ ਆਪਾਂ ਦਿਸ਼ਾ ਬਦਲ ਰਹੇ ਹਾਂ ਹੱਥਾਂ ਦੀ। ਦੋਨੇ ਹੱਥ ਤਾਂ ਉਹੀ ਨੇ ਨਾ ਆਪਣੇ, ਕਿ ਦਿਸ਼ਾ ਬਦਲਣ ਦੇ ਨਾਲ, ਹੱਥ ਨੂੰ ਘੁਮਾਉਣ ਦੇ ਨਾਲ ਕੀ ਹੱਥਾਂ ਦੀ ਸ਼ਕਲ ਜਾਂ ਸ਼ੇਪ ਤੇ ਕੋਈ ਫਰਕ ਪੈਂਦਾ ਹੈ? ਨਹੀਂ ਪੈਂਦਾ। ਤਾਂ ਇਹਦਾ ਮਤਲਬ ਇਹੀ ਹੈ ਕਿ ਇਹ ਸਰਵੰਗਸਮ ਨੇ। ਤਾਂ ਸੰਗਤ ਦਾ ਮਤਲਬ ਕੀ ਹੈ? ਅਗਰ ਇੱਥੇ ਅੰਗੂਠਾ ਹੈ ਤਾਂ ਉਹ ਅੰਗੂਠਾ ਕਿਤੇ ਵੀ ਹੋ ਸਕਦਾ, ਤੁਸੀਂ ਹੱਥ ਨੂੰ ਜਿੱਥੇ ਮਰਜ਼ੀ ਘੁਮਾ ਦਿਓ। ਇੱਕ ਅੰਗੂਠਾ, ਇੱਕ ਅੰਗੂਠਾ, ਆਹ ਉਂਗਲ, ਇਹ ਉਂਗਲ, ਇੱਕ ਇੱਕ। ਇੱਕ ਭੁਜਾ ਦੇ ਨਾਲ ਇੱਕ ਭੁਜਾ, ਦੂਜੀ ਭੁਜਾ ਦੇ ਨਾਲ ਦੂਜੀ। ਖੱਬੇ ਖੱਬੇ ਸੱਜੇ ਸੱਜੇ ਤੋਂ ਕੋਈ ਮਤਲਬ ਨਹੀਂ ਹੈਗਾ। ਸੇਮ ਕੋਨਾਂ ਦਾ, ਇੱਕ ਕੋਣ ਦੇ ਨਾਲ ਇੱਕ ਕੋਣ, ਦੂਜੇ ਕੋਣ ਦੇ ਨਾਲ ਦੂਜਾ, ਉਹ ਕਿਸੇ ਵੀ ਦਿਸ਼ਾ 'ਚ ਹੋ ਸਕਦਾ ਹੈ, ਤੀਸਰੇ ਕੋਣ ਦੇ ਨਾਲ ਤੀਸਰਾ ਕੋਣ। ਤਾਂ ਉਸ ਕੰਡੀਸ਼ਨ ਦੇ ਵਿੱਚ ਤਿਕੋਣਾ ਕੀ ਹੁੰਦੀਆਂ ਨੇ? ਸਰਵੰਗਸਮ ਹੁੰਦੀਆਂ ਨੇ। ਤੇ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਕੀ ਆਉਣੀ ਹੈ? ਹੁਣ ਸਰਵੰਗਸਮ ਦਾ ਸਭ ਤੋਂ ਵੱਡੀ ਗੱਲ, ਸਰਵੰਗਸਮ ਦਾ ਨਿਸ਼ਾਨ। ਜੋ ਉਹਦਾ ਨਿਸ਼ਾਨ ਹੈ ਉਹ ਆ ਹੈ। ਇਹ ਦੋ ਤੋਂ ਮਿਲ ਕੇ ਬਣੇ ਹੈ, ਇੱਕ ਬਰਾਬਰ ਤੋਂ, ਇੱਕ ਇਸ ਤੋਂ। ਇਹ ਬਰਾਬਰ ਦਾ ਨਿਸ਼ਾਨ ਹੁੰਦਾ, ਇਹ ਸਮਰੂਪ ਦਾ ਨਿਸ਼ਾਨ ਹੁੰਦਾ ਹੈ। ਤਾਂ ਫਿਰ ਬਰਾਬਰ ਦਾ ਤਾਂ ਮਤਲਬ ਹੋ ਗਿਆ ਸਾਈਜ਼ ਬਰਾਬਰ ਹੈ। ਹੁਣ ਅਗਰ ਮੈਂ ਮੇਰਾ ਹੱਥ ਤੇ ਤੁਹਾਡੇ ਹੱਥ ਦੀ ਗੱਲ ਕਰਾਂ, ਦੇਖੋ ਇੱਥੇ ਤਾਂ ਮੈਂ ਆਪਣੇ ਦੋਹਾਂ ਹੱਥਾਂ ਦੀ ਗੱਲ ਕਰ ਰਿਹਾ ਨਾ, ਤਾਂ ਇੱਕ ਹੱਥ ਮੈਂ ਆਪਣਾ ਲੈ ਲਿਆ, ਇੱਕ ਹੱਥ ਮੈਂ ਤੁਹਾਡਾ ਲੈ ਰਿਹਾ, ਤਾਂ ਉਸ 'ਚ ਫਰਕ ਕੀ ਹੋਣਾ? ਸਾਈਜ਼ ਦਾ। ਮੇਰਾ ਹੱਥ ਵੱਡਾ ਹੈ, ਤੁਹਾਡਾ ਹੱਥ ਕੀ ਹੋਣਾ? ਛੋਟਾ ਆਉਣਾ ਹੈ। ਤਾਂ ਇਹਦਾ ਮਤਲਬ ਸਾਈਜ਼ ਬਰਾਬਰ ਵੀ ਹੋਣਾ ਚਾਹੀਦਾ, ਨੰਬਰ 1। ਨੰਬਰ 2, ਸਮਰੂਪ ਦਾ ਮਤਲਬ ਇੱਕੋ ਨਾਲ ਦਾ ਹੋਣਾ ਚਾਹੀਦਾ, ਜਿਵੇਂ ਇੱਥੇ ਹੈ, ਇੱਕੋ ਨਾਲ ਦਾ, ਦੇਖਣ 'ਚ ਇੱਕੋ ਨਾਲ ਦਾ ਹੋਣਾ ਚਾਹੀਦਾ ਹੈ। ਤਾਂ ਦੋਨੇ ਕੇਸ ਮਿਲ ਕੇ ਕੀ ਬਣਾਉਂਦੇ ਨੇ? ਸਰਵੰਗਸਮ ਬਣਾਉਂਦੇ ਆ। ਹੁਣ ਅਗਰ ਮੈਂ ਆਪਣਾ ਹੱਥ ਤੇ ਤੁਹਾਡਾ ਹੱਥ ਲਵਾਂ, ਤਾਂ ਉਹ ਕੀ ਹੈ? ਸਾਈਜ਼ ਨਹੀਂ ਬਰਾਬਰ ਹੋਣਾ, ਪਰ ਉਹਨਾਂ ਦੀ ਸ਼ਕਲ ਇੱਕੋ ਜਿਹੀ, ਕਿ ਉਹ ਸਮਰੂਪ ਹੋਣਗੇ, ਜਿਹਦੀ ਆਪਾਂ ਗੱਲ 10ਵੀਂ ਕਲਾਸ ਦੇ ਵਿੱਚ ਕਰਾਂਗੇ। ਅਗਲੀ ਕਲਾਸ ਦੇ ਵਿੱਚ ਆਪਾਂ ਸਮਰੂਪਤਾ ਤੇ ਗੱਲ ਕਰਾਂਗੇ। ਹੁਣ ਆਪਾਂ ਜੋ ਗੱਲ ਕਰ ਰਹੇ ਹਾਂ, ਆਪਾਂ ਕਿਸ ਦੀ ਗੱਲ ਕਰ ਰਹੇ ਹਾਂ? ਸਰਵੰਗਸਮਤਾ ਦੀ, ਜਿਹੜਾ ਆਕਾਰ, ਸਾਈਜ਼ ਵੀ ਬਰਾਬਰ ਹੈ ਤੇ ਸ਼ਕਲ ਵੀ ਬਰਾਬਰ ਹੈ ਸਮਰੂਪਤਾ ਦੀ। ਤਾਂ ਇਹ ਹੋ ਗਿਆ ਆਪਣਾ ਸਰਵੰਗਸਮ ਦਾ। ਤੇ ਹੁਣ ਸੰਗਤ ਨੂੰ ਸਮਝਣ ਦੇ ਲਈ ਇੱਕ ਇੰਪੋਰਟੈਂਟ ਚੀਜ਼ ਤੇ ਆਪਾਂ ਹੋਰ ਗੱਲ ਕਰਦੇ ਹਾਂ, ਕਿਉਂਕਿ ਟੌਪਿਕ ਉਸ ਟਾਈਮ ਸਮਝ ਆਊ ਜਦੋਂ ਆਪਾਂ ਨੂੰ ਕਲੀਅਰ ਹੋਣਾ ਕਨਸੈਪਟ ਕੀ ਹੈ। ਦੇਖੋ, ਆਹ ਦੋ ਤਿਕੋਣਾ ਨੇ, ਆਪਾਂ ਨਾਮ ਦੇ ਰਹੇ ਹਾਂ ABC DEF। ਤਾਂ ਮੰਨ ਲਓ ਆ ਇਹਦੇ ਬਰਾਬਰ ਹੋ ਗਈ, ਆ ਇਹਦੇ ਬਰਾਬਰ ਹੋ ਗਈ, ਮੈਂ ਡਬਲ ਨਿਸ਼ਾਨ ਪਾਤਾ।
आ ਇਹਦੇ ਬਰਾਬਰ ਹੋ ਗਈ। ਤਾਂ ਫਿਰ ਇੱਥੇ ਕੀ ਆਇਆ ਆਪਣੇ ਕੋਲੇ, ए बी किहदे बराबर है, ई एफ दे, बी सी किहदे बराबर है, डी ई या ई डी दे, ए सी किहदे बराबर है, डी एफ दे। ਤਾਂ ਜਦੋਂ ਆਪਾਂ ਨੂੰ ਭੁਜਾਵਾਂ ਦਾ ਪਤਾ ਲੱਗ ਗਿਆ ਨਾ, ਜਦੋਂ ਆਪਾਂ ਨੂੰ ਪਤਾ ਲੱਗ ਗਿਆ ਜਿਹੜੀਆਂ ਭੁਜਾਵਾਂ ਬਰਾਬਰ ਹੈ, ਤਾਂ ਇਹਨਾਂ ਦੀ ਸਹਾਇਤਾ ਨਾਲ ਕੋਣ ਕਿਵੇਂ ਕੱਢਣੇ ਨੇ, ਜਿਹੜੀ ਇਹਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੋ ਤੁਹਾਨੂੰ ਕੰਮ ਆਣੀ ਹੈ। ਇਹ ਪਹਿਲਾ ਸੰਗਤ ਜੋੜਾ ਹੈ ਭੁਜਾਵਾਂ ਦਾ, ਠੀਕ। ਅਗਰ ਇਹ ਪਹਿਲਾ ਜੋੜਾ ਹੈ ਤਾਂ ਇਹਦੇ ਸਾਹਮਣੇ ਵਾਲੇ ਕੌਣ ਸੰਗਤ ਹੋਣਗੇ, ਮਤਲਬ ए बी ਦੇ ਸਾਹਮਣੇ ई एफ ਦੇ, ए बी ਦੇ ਸਾਹਮਣੇ ਕੌਣ सी ਆ ਗਿਆ, ਉਹਦਾ ਸੰਗਤ, ਕਿਉਂਕਿ ए बी ਦੇ ਨਾਲ ई एफ ਬਰਾਬਰ ਹੈ ਤਾਂ ई एफ ਦਾ ਸੰਗਤ ਕਿਹੜਾ ਆ ਗਿਆ, ਕੋਣ डी ਆ ਗਿਆ। ਤਾਂ ਕੋਣ ਤੇ C ਤੇ ਕੋਣ D ਆਪਸ ਕੀ ਹੋਣਗੇ, ਬਰਾਬਰ। ਇਹ ਇਹਦੇ ਸੰਗਤ ਕੋਣ ਬਣਨਗੇ। BC, BC ਦੇ ਸਾਹਮਣੇ ਕੀ ਗਿਆ, ਕੋਣ A, DE, DE ਦੇ ਸਾਹਮਣੇ ਆ ਗਿਆ ਕੋਣ F, ਤਾਂ ਕੋਣ A ਤੇ ਕੋਣ F ਕੀ ਹੋਣਗੇ, ਸੰਗਤ ਹੋਣਗੇ, ਆਪਸ ਵਿੱਚ ਬਰਾਬਰ ਹੋਣਗੇ। AC ਤੀਜਾ ਬਚ ਗਿਆ, AC ਦੇ ਸਾਹਮਣੇ ਆ ਗਿਆ ਕੋਣ B, DF ਦੇ ਸਾਹਮਣੇ ਆ ਗਿਆ ਕੋਣ E। ਤਾਂ ਅਗਰ ਭੁਜਾਵਾਂ ਦਾ ਪਤਾ ਲੱਗ ਗਿਆ ਆਪਾਂ ਕੋਣ ਕੱਢ ਸਕਦੇ ਹਾਂ, ਤੇ ਜੇ ਕੋਣ ਦਾ ਆ ਗਿਆ ਤਾਂ ਓਬਵੀਅਸਲੀ ਆਪਾਂ ਉਲਟਾ ਕਰ ਦਾਂਗੇ, ਆਪਾਂ ਭੁਜਾਵਾਂ ਕੱਢ ਸਕਦੇ ਹਾਂ। ਇਹ ਹੋ ਗਿਆ ਅਗਰ ਆਪਾਂ ਨੂੰ ਆਰਡਰ ਸਮਝ ਨਹੀਂ ਆ ਰਿਹਾ, ਅਗਰ ਆਰਡਰ ਨੂੰ ਆਪਾਂ ਆਪਦੇ ਹਿਸਾਬ ਨਾਲ ਲੈਣਾ ਹੈ। ਪਰ ਜਦੋਂ ਆਰਡਰ ਲਿਖਿਆ ਗਿਆ, ਦੇਖੋ ਤਿਕੋਣ ਇੱਥੋਂ ਲਿਖ ਰਿਹਾ ਮੈਂ, ਤੁਸੀਂ ਇੱਕ ਦਾ ਨਾਮ ਦੇ ਲਓ, ਮੈਂ ABC ਦਾ ਦੇਤਾ, ਕੋਈ ਵੀ ਇੱਕ ਨਾਮ ਦੇ ਲਓ। ਹੁਣ A ਦਾ ਸੰਗਤ ਕਿਹੜਾ ਚੱਲ ਰਿਹਾ, F, A ਦਾ ਸੰਗਤ F, B ਦਾ ਸੰਗਤ E, C ਦਾ ਸੰਗਤ D। ਤਾਂ ਤਿਕੋਣ ABC ਕਿਸ ਦੇ ਸਰਵੰਗ ਸਮ ਹੋਣੀ ਹੈ, F E D ਦੇ। ਇਹ ਚੀਜ਼ ਦੇਖੋ, ਇੱਥੇ ਆਪਾਂ ਗੱਲ ਕੀਤੀ ਹੈ ਅਗਰ ਆਪਾਂ ਨੂੰ ਆਰਡਰ ਨਹੀਂ ਪਤਾ, ਤਿਕੋਣਾਂ ਬਾਰੇ ਨਹੀਂ ਪਤਾ, ਤਿਕੋਣ ਨੂੰ ਕਿਵੇਂ ਲਿਖਣਾ ਹੈ, ਕਿਉਂਕਿ ਇੱਥੇ ਆਪਣੀ ਮਰਜ਼ੀ ਨਹੀਂ ਹੈਗੀ ਆਪਾਂ ABC DEF ਲਿਖ ਦਈਏ ਜਾਂ EDF ਲਿਖ ਦਈਏ, ਜੋ ਵੀ ਆਪਾਂ ਆਪਦੀ ਮਰਜ਼ੀ ਨਾਲ ਨਹੀਂ ਲਿਖ ਸਕਦੇ। ਕਾਰਨ ਜਦੋਂ ਆਪਾਂ ਸਰਵੰਗ ਸਮ ਵਿੱਚ ਲਿਖਣਾ ਹੈ ਤਾਂ ਖਾਸੀਅਤ ਕੀ ਹੈ, ਪਹਿਲਾ ਪਹਿਲੇ ਦੇ ਸੰਗਤ ਹੈ, ਦੂਜਾ ਕੋਣ ਦੂਜੇ ਕੋਣ ਦੇ ਸੰਗਤ ਹੈ, ਤੀਜਾ ਕੋਣ ਤੀਜੇ ਕੋਣ ਦੇ ਸੰਗਤ ਹੈ। ਇਹਦੀ ਖਾਸੀਅਤ ਆਪਾਂ ਪਿਛਲੀਆਂ ਕਲਾਸਾਂ 'ਚ ਕੀਤੀ ਹੋਈ ਹੈ, ਕਿਉਂ ਪਿਛਲੀਆਂ ਕਲਾਸਾਂ 'ਚ ਆਪਾਂ ਕੁਐਸਚਨ ਕਰਦੇ ਹੁੰਦੇ ਸੀ ਖਾਲੀ ਥਾਵਾਂ ਵਾਲੇ, ਸਰਵੰਗ ਸਮਤਾ ਵਾਲੇ। ਆਪਾਂ ਨੂੰ ਅਗਰ ਇੱਕ ਜੋੜਾ ਦੇ ਦਿੰਦੇ ਸੀ ਤਿਕੋਣ ABC, ਮੰਨ ਲਓ ਸਰਵੰਗ ਸਮ ਹੈ DFE, ਤਾਂ ਯਾਦ ਕਰੋ AB ਪਹਿਲਾ ਦੂਜਾ DF ਭੁਜਾ ਦੇ ਬਰਾਬਰ, BC ਦੂਸਰਾ ਤੀਸਰਾ FE ਦੇ ਬਰਾਬਰ, AC ਪਹਿਲਾ ਤੀਜਾ ਆਪਾਂ ਇਸ ਅਕੋਰਡਿੰਗ ਲਿਖਦੇ ਹੁੰਦੇ ਸੀ। ਕਿਉਂ ਲਿਖਦੇ ਹੁੰਦੇ ਸੀ, ਆਪਾਂ ਸੋਚਦੇ ਨੇ ਕਿਉਂਕਿ ਇਹ ਸੰਗਤ ਨੇ। ਕੋਣ A ਬਰਾਬਰ ਕੋਣ D, ਕੋਣ B ਬਰਾਬਰ ਕੋਣ F, ਕੋਣ C ਬਰਾਬਰ ਕੋਣ E। ਤਾਂ ਇਹ ਆਪਣੇ ਕੋਲੇ ਇਹਦੇ ਸੰਗਤ ਹਿੱਸੇ ਨੇ, ਜਿਹਨੂੰ ਬੋਲਦੇ ਆ ਆਪਾਂ CPCT, corresponding parts of congruent triangles, congruent triangles मतलब ਸਰਵੰਗ ਸਮ ਤਿਕੋਣਾ ਦੇ ਸੰਗਤ ਭਾਗ, ਇਹ ਹੁੰਦਾ CPCT। ਜਦੋਂ ਆਪਾਂ ਨੂੰ ਤਿੰਨ ਭੁਜਾਵਾਂ ਦਾ ਪਤਾ ਲੱਗ ਗਿਆ, ਭੁਜਾਵਾਂ ਦੇ ਜੋੜਿਆਂ ਦਾ ਪਤਾ ਲੱਗ ਗਿਆ, ਤਾਂ ਬੜੀ ਆਸਾਨੀ ਦੇ ਨਾਲ ਆਪਾਂ ਕੋਣ ਕੱਢ ਸਕਦੇ ਹਾਂ, ਕਿਉਂਕਿ ਉਹਦੇ ਸਾਹਮਣੇ ਹੁੰਦੇ ਨੇ। ਤੇ ਜੇ ਕੋਣਾਂ ਦਾ ਪਤਾ ਲੱਗ ਗਿਆ, ਆਪਾਂ ਭੁਜਾਵਾਂ ਕੱਢ ਸਕਦੇ ਹਾਂ। ਆਪਾਂ ਕੁਝ ਉਦਾਹਰਨਾਂ ਇਸ ਤੇ ਲੈ ਕੇ ਚੱਲਦੇ ਹਾਂ, ਕਿਉਂਕਿ ਕੁਐਸਚਨ ਤਾਂ ਸਮਝ ਆਣਗੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋ। ABC LMN ਆ ਸਿੰਪਲ ਲੈ ਕੇ ਚੱਲ ਰਿਹਾ ਮੈਂ, ਇਹਦੇ ਬਰਾਬਰ ਇਹਦੇ ਬਰਾਬਰ। ਹਾਂਜੀ, ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਸੰਗਤ ਜੋੜਿਆਂ ਦੀ। AB ਸਿੰਗਲ ਲੱਗਿਆ ਹੋਇਆ ਇੱਕ ਟੱਕ, AB ਦੇ ਬਰਾਬਰ ਆ ਗਿਆ LN, BC ਦੇ ਬਰਾਬਰ ਆ ਗਿਆ LN ਜਾਂ NL, थर्ड AC ट्रिपल वाला ट्रिपल वाले दे बराबर, सिंगल वाला सिंगल दे, डबल वाला डबल दे, ट्रिपल वाला ट्रिपल दे। हुण संगत कौन, पहला जोड़ा AB, AB दे सामने कौन C,
LM ਦੇ ਸਾਹਮਣੇ ਕੋਣ N, ਤਾਂ ਕੋਣ C ਕਿਹਦੇ ਬਰਾਬਰ ਹੋਣਾ ਹੈ? ਕੋਣ N ਦੇ। ਠੀਕ। ਦੂਸਰਾ BC ਕਿਹਦੇ ਬਰਾਬਰ ਆ ਗਿਆ? LN ਦੇ। BC ਦੇ ਸਾਹਮਣੇ ਵਾਲਾ ਕੋਣ ਤੇ LN ਦੇ ਇਹ ਸੰਗਤ ਨੇ। ਕੋਣ A ਕਿਹਦੇ ਬਰਾਬਰ ਹੈ? ਕੋਣ M ਦੇ। ਥਰਡ AC ਦੇ ਸਾਹਮਣੇ ਆ ਗਿਆ ਕੋਣ B, MN ਦੇ ਸਾਹਮਣੇ ਆ ਗਿਆ ਕੋਣ L। ਤਾਂ ਇਹ ਹੋ ਗਏ ਆਪਣੇ ਕੋਲੇ ਸੰਗਤ ਹਿੱਸੇ। ਠੀਕ। ਅਗਰ ਆਪਾਂ ਤਿਕੋਣ ਨੂੰ ਸਰਵੰਗ ਸਮ ਲਿਖਣਾ ਹੈ, ਇੱਕ ਵਾਰ ਇੱਕ ਨਾਮ ਪਾ ਲਓ ਜੋ ਤੁਹਾਡਾ ਮਨ ਹੈ, ABC BAC CBA। ਹੁਣ ਇਹਦਾ ਸੰਗਤ ਕਿਹੜਾ ਬਣੂ? A ਦਾ M ਹੈ, B ਦਾ L ਹੈ ਤੇ C ਦਾ N ਹੈ। ਤਾਂ ਇਹਦਾ ਜਿਹੜਾ ਸੰਗਤ ਜੋੜਾ ਬਣਨਾ ਹੈ ਉਹ MLN ਬਣਨਾ ਹੈ ABC ਦਾ। ਪਰ ਹੋ ਸਕਦਾ ਤੁਸੀਂ BAC ਲਿਖ ਦਿਓ। ਅਗਰ ਤੁਸੀਂ BAC ਲਿਖ ਰਹੇ ਹੋ ਤਾਂ ਉਰੇ ਪਹਿਲਾਂ B ਆ ਗਿਆ, ਤਾਂ ਆਪਾਂ ਪਹਿਲਾਂ B ਦਾ ਹਿੱਸਾ ਲਿਖ ਦਾਂਗੇ, ਫਿਰ A ਹੈ A ਦਾ ਹਿੱਸਾ ਲਿਖ ਦਾਂਗੇ, ਤੇ ਫਿਰ ਆਪਾਂ C ਦਾ ਹਿੱਸਾ ਲਿਖ ਦਾਂਗੇ। ਤਾਂ ਇਸ ਤਰੀਕੇ ਦੇ ਨਾਲ ਬੜੀ ਆਸਾਨੀ ਦੇ ਨਾਲ ਆਪਾਂ ਸਰਵੰਗ ਸਮਤਾ ਤੇ ਗੱਲ ਕਰਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਮਾਪਦੰਡਾਂ ਦੀ, ਮਤਲਬ ਕਿਸ ਤਰੀਕੇ ਦੇ ਨਾਲ, ਕਿੰਨਾ ਸ਼ਰਤਾਂ ਦੇ ਹਿਸਾਬ ਨਾਲ ਆਪਾਂ ਦੋ ਤਿਕੋਣਾਂ ਨੂੰ ਸਰਵੰਗ ਸਮ ਸਿੱਧ ਕਰ ਸਕਦੇ ਹਾਂ। ਮਾਪਦੰਡ ਸਭ ਤੋਂ ਪਹਿਲਾ ਇਹ ਸਵੈ ਸਿੱਧ ਹੈ। ਐਕਸੀਅਮ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। SAS ਸਾਈਡ एंगल साइड, मतलब भुजा कोण भुजा। इत्थे देखो नाम दस रहा है, की दस रहा है? जिहड़ा कोण है भुजावां दे विचकार है। तो फिर की होया? एक त्रिकोण दियां दो भुजावां अते हुण कोण उहदे विचकार है, उन्हां विचकारला कोण, यही है ना। दूसरी त्रिकोण दियां संगत भुजावां, तां जिहड़े दो दियां संगत भुजावां होणगियां अते विचकारले कोण दे बराबर होवे। तो फिर इत्थे की कहा आपां नूं? एक त्रिकोण दियां दो भुजावां अते उन्हां दे विचकारला कोण। नंबर एक, देखो आ दो भुजावां इधर ले लिया, संगत नूं आपां की कीता? मैंने आ ले लिया, है ना। इन्हां दे विचकारला कोण आ गया, इन्हां दे विचकार कोण आ गया। कहंदे जदों एक त्रिकोण दियां दो भुजावां अते उन्हां दे विचकारला कोण दूजे त्रिकोण दियां संगत भुजावां, इहदी संगत आ होगी, इहदी संगत आ होगी, ते विचकारले कोण दे बराबर होवे तां त्रिकोणां की हुंदियां ने? सर्वंग सम। इत्थे देखो नाम दसूगा, तुहानूं अलग अलग याद करन दी लोड़ नहीं हैगी। जिहड़ा नाम है भुजा कोण भुजा, मतलब जिहड़ा कोण है ਉਹ ਭੁਜਾਵਾਂ ਦੇ ਵਿਚਕਾਰ ਹੈ। ਜਿਹੜਾ ਕੋਣ ਹੈ ਉਹ ਕੀ ਹੈ? ਭੁਜਾਵਾਂ ਦੇ ਕੀ ਹੈ? ਵਿਚਕਾਰ ਹੈ। ਤਾਂ ਇਸ ਕੇਸ ਦੇ ਵਿੱਚ ਜੋ ਤਿਕੋਣਾਂ ਹੁੰਦੀਆਂ ਨੇ ਕੀ ਹੁੰਦੀਆਂ ਨੇ? ਸਰਵੰਗ ਸਮ ਹੁੰਦੀਆਂ। ਕਈ ਵਾਰੀ ਕੀ ਕਰਦੇ ਆਪਾਂ ਨੂੰ, ਹੁਣ ਉਹਨਾਂ ਨੇ ਦੇਤਾ ਇਹਦੇ ਬਰਾਬਰ, ਕੀ ਇਹ ਸਰਵੰਗ ਸਮ ਨੇ? ਦੇਖਦੇ ਹਾਂ। ਪਹਿਲੀ ਭੁਜਾ ਉਹਦੀ ਸੰਗਤ, ਦੂਜੀ ਭੁਜਾ ਉਹਦੀ ਸੰਗਤ, ਉਹਦੇ ਵਿਚਕਾਰ ਕੌਣ ਪਿਆ? ਪਰੰਤੂ ਇਹ ਸਾਈਡ ਤੇ ਕੌਣ ਪਿਆ? ਉਦਾਹਰਨ ਲੈਂਦਾ ਮੈਂ, ਫਿਰ ਹੱਥਾਂ ਤੇ ਆ ਰਿਹਾ। ਆ ਦੋ ਉਂਗਲਾਂ ਤੇ ਦੋ ਉਂਗਲਾਂ ਦੇਖੋ, ਇਹਦੇ ਵਿਚਕਾਰ ਆ ਕੌਣ ਆ ਗਿਆ? ਹੱਥ ਨੂੰ ਦੇਖੋ, ਹੱਥ ਦੀ ਸ਼ੇਪ ਆ ਚੀਜ਼ ਹੋ ਗਈ। ਜਦੋਂ ਤਾਂ ਇਹ ਗੈਪ ਹੋਊਗਾ ਬਰਾਬਰ, ਕੁਝ ਦਿਖ ਰਿਹਾ ਇੱਧਰੋਂ? ਨਹੀਂ ਦਿਖ ਰਿਹਾ। परंतु जदों दूजे पासे ਇਹਦਾ ਐਂ ਕਰਤਾ, ਮੰਨ ਲਓ ਇੱਧਰ ਮੈਂ ਐਂ ਕਰਤਾ,
देखो हुण ध्यान नाल इधरों हत्थ दिखना शुरू हो गया, आ हिस्से तो दिखना शुरू हो गया ना, क्योंकि शर्त की है ਜਿਹੜੀਆਂ ਦੋ ਭੁਜਾਵਾਂ ਦੀ मैं गल कर रहा इत्थे दूजी ते तीजी दी उंगल दी ਉਹਦੇ ਵਿਚਕਾਰਲੀ स्पेस भी की होनी चाहिए, बराबर होनी चाहिए है। अगर ਉਹ ਤੋਂ बिना होर स्पेस वध गई, आ ਵਧਾਤੀ मैंने या आ ਵਧਾਤੀ, ਤਾਂ ਫਿਰ ਉੱਥੇ ਕੀ ਹੋ ਜਾਊਗਾ, ਆਪਾਂ ਨੂੰ ਦੂਜਾ ਹਿੱਸਾ ਦਿਖਣਾ ਸ਼ੁਰੂ ਹੋ ਜਾਊਗਾ ਨਾ, ਤਾਂ ਤਿਕੋਣਾ ਸਰਵਾਂਗ ਸਮ ਨਹੀਂ ਹੁੰਦੀਆਂ। ਤਾਂ ਸ਼ਰਤ ਕੀ ਹੈ, ਦੋ ਭੁਜਾਵਾਂ ਦੇ ਵਿਚਕਾਰਲਾ ਕੋਣ ਕੀ ਹੋਣਾ ਚਾਹੀਦਾ है, बराबर होना चाहिए है। ये हो गया अपना पहला मापदंड SAS, भुजा कोण भुजा, ये पहला मापदंड हो गया अपना। हुण मैं चल रहा दूजे मापदंड ते S साइड साइड साइड, भुजा भुजा भुजा, तो इत्थे की आ गया, तीनों भुजावां आ गईयां। एक त्रिकोण दियां तीनों भुजावां दूसरी त्रिकोण दियां तीनों संगत भुजावां दे बराबर होवे, तो उस केस दे विच की हुंदा है, त्रिकोणा की हुंदियां ने सरवंगसां। आ त्रिकोण आ गई, आ इहदे बराबर, आ इहदे बराबर मान लो, आ इहदे बराबर होगी एक भुजा दे, दूजी भुजा दे, तीजी भुजा दे, तो जो तीनों भुजावां आपस दे विच बराबर होणगियां तां त्रिकोणा की हुंदियां ने सरवंगसम। शॉर्ट फॉर्म च आपां की लिखदे हां, S। फिर उदाहरण मैं उंगलों नहीं लै रहा, देखो, क्योंकि मेरी आ उंगल का आ उंगल का साइज बराबर है, अंगूठे का मेरी की अपने सारे का ही है वैसे, विचालली उंगल का विचालली का, आ उंगल का रिंग फिंगर बोलते हैं, ये चीची होगी। अगर एक का साइज छोटा रह जाए, मान लो मैं ਇਹਦਾ साइज छोटा करता, रब ना करे कोई अपने भाना वरत जाता, कोई उंगल कट जाती है एक्सीडेंट दे विच, तो फिर उस केस दे विच की यह सरवंगसम होणगियां? नहीं। क्यों? आह दोने बराबर नहीं हैगियां, क्योंकि यह छोटी होगी ना, तो फिर शर्त की होगी, सारियां आपस बराबर होणगियां। इत्थे तां कोण तां फिर ऑटोमैटिकली बराबर, जो उंगलां बराबर ने तो जिवें मर्जी खोली चलो, विचाले गैप भी की होणगे जिहड़े कोण, क्योंकि ओबवियसली जिहड़े गैप ने ये अपने कोण है, तो वह भी आपस की होणगे फिर बराबर होणगे। तो यह हो गया अपना दूसरा मापदंड S। हुण आपां चलदे हां अगले मापदंड ते। ASA, एंगल साइड एंगल, कोण भुजा कोण। तो फिर ਇਹਦਾ नाम दस रहे, जिवें आपां SAS च गल कीती सी, उत्थे कोण विच सी, इत्थे की आ गई, भुजा विच आ गई। एक त्रिकोण दे दो कोण अते उन्हां विचकारली भुजा दूसरे त्रिकोण दे संगत कोण अते विचकारली भुजा दे बराबर होवे, तो उस केस दे विच त्रिकोणा की हुंदियां ने सरवंगसम। देखो आ कोण मान लो ਇਹਦੇ बराबर है, मान लो आ 40 है, ये भी 40 है, 80 है, मान लो मैं वैसे ही लिख रहा, मैनू पता है एक्यूरेसी नहीं आ रही, तो इन्हां दे विचकारली भुजा एक कोण दूजा कोण ते उन्हां दे विचकारली भुजा बराबर होवे तां त्रिकोणा हुंदियां सरवंगसम। लो जी, फिर उत्थे आ गया मैं आ चीज़, आ गैप कौन है, आ गैप कौन है,
ਤੇ ਆ ਸਾਈਜ਼ ਬਰਾਬਰ। ਠੀਕ, ਆ ਦੇਖੋ है ना, क्योंकि जे इधरों कोण छोटा वड्डा रह गया तो फिर उत्थे की हो जाऊगा, सर्वांग समता नहीं रहनी, ओवरलैपिंग नहीं रहनी, तो उस केस दे विच सर्वांग समता नहीं होनी। तो शर्त की हो गया ASA, कोण भुजा कोण। इत्थे की हुंदा है, कई बारी एक एग्जाम्पल मैं होर ले रहा इत्थे, इंपॉर्टेंट चीज़, आ भुजा मान लो आ है, इत्थे हो गया 80, ये हो गया 80, ये हो गया सपोज 60, ये हो गया सपोज 40। तक की यह दो तिकोना सर्वांगसम है, कि यह दो तिकोना सर्वांगसम है। आप चेक करते हैं, तुसी की देखा, तुसी कहोगे कोण बराबर नहीं है, पर आपां नूं एक गल पता है, त्रिकोण दे तिन्ने कोणां दा जोड़ 180 हुंदा है। आ 80 है, आ 60 है, दोहां नूं जोड़ के 180 चों घटाओ, तो इनू 180 चों घटावांगे, ये कोण किन्ने दा आ गया, 40 डिग्री दा आ गया। हुण देखो कि यह सर्वांगसम हैगे है, क्यों 80 80 के बराबर, 40 40 के बराबर, विचकारली भुजा बराबर। तो उस केस ध्यान जरूर रखना है, क्योंकि जो कोणा के संबंध च काम हो जाता है तो आप तीसरा, क्योंकि दो कोण आपको दिते है ने, आप तीसरा कोण कढ़ना है, तो फिर उत्थे जरूर पहला जी आप एंगल सम प्रॉपर्टी की पिछले चैप्टर च गल करके आए सी, वो जरूर डिस्कस करांगे। उस तो बाद की करांगे, आप उस पर वर्क करांगे। तो जो लास्ट मापदंड है RHS, राइट एंगल, हाइपोटेन्यूज, साइड, समकोण 90 डिग्री, करण ते भुजा। हुण जिहड़ी भुजा है लंब जां आधार, क्योंकि त्रिकोण दी जो समकोणी त्रिकोण दी भुजावां की गल करते हैं तो वह लंब या आधार होंदी है। नाम दस रहा है, जिहड़ी यह शर्त है, मापदंड है, ये किहड़ी त्रिकोण ते है, समकोणी त्रिकोण ते है। तो एक समकोणी त्रिकोण दे विच आ रही, मान लो एक तो समकोण होवे, कर्ण बराबर होवे, ते एक भुजा वो कोई भी हो सकती है, मान लो आह इहदे बराबर होगी। तो उस केस दे विच त्रिकोणा की होणगियां सर्वांगसम। कारण सीधी जी गल है, आपां नूं पता है समकोण त्रिकोण दे विच आपां पाइथागोरस लभ सकते हैं। उदाहरण के तौर पर मान लो आ 5 है, आ 5 है, आ 4 है, आ 4 है, ये 90 हैगा ही है। तो जदों आपां पाइथागोरस थ्योरम लगावांगे, करण दी 2 बराबर लंब दी 2 प्लस आधार दी 2, आपां सारे नूं वरतनी आती है। तो जदों इहनूं हल करांगे, हल करके आह 3 सेंटीमीटर आ जानी है, 3 सेंटीमीटर आ जानी है ना। तो देखो, चाहे तो SS बन गया, जिवें मर्जी बना लो, SAS बना लो, तुहाडी मर्जी है। इनू RHS नाल, तो एक समकोणी त्रिकोण च जदों आपां नूं 90 समकोणी है तो 90 डिग्री तो ऑटोमैटिकली हो ही गया, इहदा तो कंसैप्ट ही खत्म हो गया। तो जदों करण या ये कह सकते हो दो भुजावां बराबर मिल गई, तो तीजी आप ऑटोमैटिकली पाइथागोरस थ्योरम की होनी है, बराबर होनी है। तो उस केस दे विच त्रिकोणा की हो गई सर्वांगसम। तो आप देखो 4 मापदंडों की गल कर रहे हैं, SAS, SSS, ASA ते RHS। अगले लैक्चर च आपां 1 बाय 1 इन्हां दे क्वेश्चनस ते गल करांगे। थैंक यू।